ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰਹੁ ਕੋਈ। ਮਾਟੀ ਕਾ ਕਿਆ ਧੋਪੇ ਸੁਆਮੀ ਮਾਨਸ ਕੀ ਗਤ ਏਹੀ। ਜੁਧ ਜਿਤੈ ਇਨਹੀ ਕੇ ਪ੍ਰਸਾਦ इन्हीं के प्रसाद सुदान करे। अग अग टरे इन्हीं के प्रसाद इन्हीं के प्रसाद सब धाम परे। इन्हीं के प्रसाद सो विद्यालयी इन्हीं के प्रसाद सब सत्र मरै। इन्हीं की कृपा के सजे हम हैं नहीं मोह से गरीब करोड़ परे। दसम कथा भगवत की भाखा करी बनाय अवर वासना नाहि प्रभ धर्म युद्ध के चाय। सगल द्वारे को छाड़ के गयो तुहारो द्वार बाहे गहे की लाज अस गोविंद दास तुहार। सतनाम श्री वाहिगुरु साहिब जीओ के ऊरा गरूर अस्त बर मुल्क माल व मारा पनाह अस्त यजदा अकाल के ऊरा गरूर अस्त बर मुल्क माल। परम सन्मानयोग गुरु रूप गुरु ਸਰੂਪ ਖਾਲਸਾ ਸਾਧ ਸੰਗਤ ਜੀ, ਆਪ ਸਭ ਸੰਗਤਾਂ ਬੜੇ ਹੀ ਪ੍ਰੇਮ ਦੇ ਨਾਲ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਗਲਵੇ ਮੁਬਾਰਕ ਬਾਣੀ ਸ੍ਰੀ ਜ਼ਫਰਨਾਮਾ ਸਾਹਿਬ ਜੀ ਦੀ ਲੜੀਵਾਰ ਕਥਾ ਸਰਵਣ ਕਰਦੀਆਂ ਆ ਰਹੀਆਂ ਹਨ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਕਥਾ ਨੂੰ ਸਮਾਪਤੀ ਦੇ ਪੜਾਅ ਤੇ ਲਿਆਂਦਾ ਹੈ। ਆਓ ਇਸ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਵਿਆਖਿਆ ਕਰਨ ਦੇ ਯਤਨ ਕਰੀਏ। ਕੋਈ ਰਸਨਾ ਖਾਲੀ ਨਾ ਰਵੇ, ਆਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੀਨਾ ਕਾਂਗੜ ਦੀ ਧਰਤੀ ਤੋਂ ਜ਼ਫਰਨਾਮਾ ਸਾਹਿਬ ਜੀ ਦਾ ਖੱਤ ਲਿਖਣਾ ਕੀਤਾ ਹੈ। ਉਸ ਸਮੇਂ ਦੇ ਮੁਗਲ ਸ਼ਾਸਕ ਆਲਮਗੀਰ ਔਰੰਗਜ਼ੇਬ ਨੂੰ ਮਹਾਰਾਜ ਨੇ ਜ਼ਫਰਨਾਮੇ ਸਾਹਿਬ ਦੇ 12 ਸ਼ੇਅਰਾਂ ਦੇ ਵਿੱਚ, ਜਿਹੜੇ ਪਹਿਲੇ 12 ਸ਼ੇਅਰ ਹਨ, ਉਹਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕੀਤੀ ਹੈ। ਫਿਰ ਮਰਾਂ ਇਤਬਾਰੇ ਬਰੀ ਕਸਮ ਨੇਸਤ ਕੀ ਏਜ਼ਦ ਗਵਾ ਅਸਤ ਯਸਦਾਂ ਯਕੇਸਤ। ਫਿਰ ਮਹਾਰਾਜ ਨੇ ਔਰੰਗਜ਼ੇਬ ਨੇ ਜਿਹੜੀ ਸਹੁੰ ਚੁੱਕੀ ਸੀ ਨਾ, ਉਸ ਝੂਠੀ ਸਹੁੰ ਦਾ ਜ਼ਿਕਰ ਪਾਤਸ਼ਾਹ ਨੇ ਕੀਤਾ ਹੈ, ਯਾਦ ਦਿਵਾਉਣਾ ਕੀਤਾ। ਫਿਰ ਚਮਕੌਰ ਗੜੀ ਦਾ ਹਾਲ ਵੀ ਮਹਾਰਾਜ ਨੇ ਦੱਸਿਆ। 10 ਲੱਖ ਦੇ ਘੇਰੇ ਬਾਬਤ ਵੀ ਦੱਸਿਆ ਹੈ ਜ਼ਫਰਨਾਮੇ ਸਾਹਿਬ ਦੇ ਵਿੱਚ। ਤੇ ਜੋ ਖੂਨ ਦੀਆਂ ਨਦੀਆਂ ਚਮਕੌਰ ਸਾਹਿਬ ਦੇ ਮੈਦਾਨ ਦੇ ਵਿੱਚ ਵਗੀਆਂ ਹਨ, ਉਹਦਾ ਜ਼ਿਕਰ ਵੀ ਪਾਤਸ਼ਾਹ ਲਿਖਦੇ। ਫਿਰ ਮਹਾਰਾਜ ਸਹੁੰ ਤੋੜਨ ਵਾਲੇ ਨੂੰ ਕਿਸ ਤਰ੍ਹਾਂ ਰੱਬ ਲਾਹਣਤਾਂ ਪਾਉਂਦਾ ਹੈ, ਦੁਨੀਆ ਲਾਹਣਤਾਂ ਪਾਉਂਦੀ ਹੈ, ਉਸ ਬਾਰੇ ਵੀ ਦੱਸਿਆ ਹੈ। ਦੀਨਾ ਕਾਂਗੜ ਆਉਣ ਦਾ ਪ੍ਰਸਤਾਵ ਵੀ ਮਹਾਰਾਜ ਜ਼ਫਰਨਾਮੇ ਸਾਹਿਬ ਦੇ ਵਿੱਚ ਲਿਖਦੇ ਹਨ। ਬੜੇ ਹੀ ਬੇਬਾਕ
ਚੜ੍ਹਦੀ ਕਲਾ ਵਾਲੇ ਬੋਲ ਪਾਤਸ਼ਾਹ ਜੀ ਨੇ ਲਿਖਣੇ ਕੀਤੇ। ਕੁੱਲ 12 ਹਕਾਇਤਾਂ ਹਨ ਜ਼ਫਰਨਾਮੇ ਸਾਹਿਬ ਜੀ ਦੀਆਂ। ਦਾਸ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਪਹਿਲੀ ਹਕਾਇਤ ਦੇ ਵਿਚਾਰ ਵਿਆਖਿਆ ਦੇ ਯਤਨਾਂ ਵਿੱਚ ਲੱਗਾ ਹੈ। ਪਹਿਲੀ ਹਕਾਇਤ ਦੇ 111 ਸ਼ੇਅਰ ਹਨ। ਆਪ ਜੀ ਨੇ 105 ਸ਼ੇਅਰਾਂ ਤੱਕ ਦੀ ਵਿਚਾਰ ਵਿਆਖਿਆ ਸਰਵਣ ਕੀਤੀ ਹੈ। ਆਓ ਗੁਰੂ ਸਾਹਿਬ ਜੀ ਦੇ ਆਸਰੇ ਦੇ ਨਾਲ ਅੱਜ 106 ਤੋਂ ਲੈ ਕੇ 111 ਸ਼ੇਅਰਾਂ ਤੱਕ ਦੀ ਵਿਚਾਰ ਵਿਆਖਿਆ ਦੇ ਯਤਨ ਕਰੀਏ। ਗੁਰੂ ਸਾਹਿਬ ਕਿਰਪਾ ਕਰਨ। ਸੰਗਤਾਂ ਲਵਾਉਣ ਹਾਜ਼ਰੀ ਆਖਣਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਕਿ ਊ ਰਾਗ ਰੂਰ ਅਸਤ ਬਰ ਮੁਲਕ ਮਾਲ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਲਿਖਦੇ ਕਿ ਊ ਰਾਗ ਰੂਰ ਅਸਤ ਬਰ ਮੁਲਕ ਮਾਲ। ਔਰੰਗਜ਼ੇਬ ਬਾਦਸ਼ਾਹ ਤੈਨੂੰ ਗਰੂਰ ਹੈ, ਹੰਕਾਰ ਹੈ ਕਿਸ ਉੱਤੇ? ਆਪਣੀ ਬਾਦਸ਼ਾਹੀ ਦੇ ਉੱਤੇ, ਆਪਣੇ ਮੁਲਕ ਦੇ ਉੱਤੇ, ਆਪਣੇ ਖਜ਼ਾਨੇ ਦੇ ਉੱਤੇ। ਜੇ ਤੈਨੂੰ ਆਪਣੀ ਦੌਲਤ ਦੇ ਉੱਤੇ ਮਾਣ ਹੈ ਤਾਂ ਵਾ ਮਾਰਾ ਪਨਾ ਅਸਤ ਯਜ਼ਦਾਂ ਅਕਾਲ। ਤਾਂ ਸਾਨੂੰ ਵੀ ਆਸਰਾ ਹੈ, ਸਾਨੂੰ ਵੀ ਪਨਾਹ ਹੈ ਅਕਾਲ ਪੁਰਖ ਵਾਹਿਗੁਰੂ ਦੀ, ਜਿਹੜਾ ਕਦੀ ਪਿੱਠ ਨਹੀਂ ਲੱਗਣ ਦਿੰਦਾ। ਜਿਹਦੇ ਵੱਲ ਅਕਾਲ ਪੁਰਖ ਵਾਹਿਗੁਰੂ ਹੋ ਜਾਵੇ ਬਾਦਸ਼ਾਹ ਵੀ ਕੀ ਕਰ ਲੂਗਾ। ਜਿਹੜਾ ਬਾਦਸ਼ਾਹਾਂ ਦਾ ਬਾਦਸ਼ਾਹ ਜੇ ਉਹ ਸਾਡੇ ਵਾਲੇ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ, ਜਿਹੜਾ ਸ਼ਾਹਾਂ ਦਾ ਸ਼ਾਹ ਵਾਹਿਗੁਰੂ ਹੈ, ਜੇ ਉਹ ਸਾਡੇ ਵਾਲੇ ਤੇ ਬਾਦਸ਼ਾਹ ਭਾਵੇਂ ਕਿੰਨੀ ਵੀ ਕੁਵਤ ਰੱਖਦਾ ਹੋਵੇ ਕੁਝ ਨਹੀਂ ਕਰ ਸਕਦਾ। ਮਹਾਰਾਜ ਕਹਿੰਦੇ ਇੱਕ ਪਾਸੇ ਤੈਨੂੰ ਹੰਕਾਰਿਆ ਨਾ, ਠੀਕ ਆ, ਤੈਨੂੰ ਹੰਕਾਰਿਆ ਆਪਣੀ ਬਾਦਸ਼ਾਹੀ ਦੇ ਉੱਤੇ, ਮੁਲਕ ਦੇ ਉੱਤੇ, ਮਾਲ ਖਜ਼ਾਨੇ ਦੇ ਉੱਤੇ, ਤੇ ਸਾਨੂੰ ਵੀ ਫਿਰ ਪਨਾਹ ਹੈ, ਟੇਕ ਹੈ, ਆਸਰਾ ਹੈ ਵਾਹਿਗੁਰੂ ਦਾ। ਇਹ ਜ਼ਫਰਨਾਮੇ ਸਾਹਿਬ ਜੀ ਦੇ ਪਾਵਨ ਬੋਲ ਅੱਜ ਵੀ ਪੰਜਾਬ ਸਰਕਾਰ ਦੇ ਉੱਤੇ ਟਿਕਦੇ ਨੇ, ਜੋ ਤਸ਼ੱਦਦ ਕਰ ਰਹੀ ਹੈ ਨੌਜਵਾਨਾਂ ਦੇ ਵਿੱਚ। ਬਿਨਾਂ ਕਿਸੇ ਗੱਲ ਤੋਂ ਜੇਲ੍ਹਾਂ ਦੇ ਵਿੱਚ ਨੌਜਵਾਨ ਬੰਦ ਕਰ ਦਿੱਤੇ ਤੇ ਹਰ ਪ੍ਰਕਾਰ ਦਾ ਤਸ਼ੱਦਦ ਕੀਤਾ ਹੈ। ਗਰੀਬਾਂ ਲਈ ਵੈਰੀ ਬਣ ਗਏ ਤੇ ਉਹਨਾਂ ਲਈ ਵੀ ਇਹੋ ਹੀ ਫਿਰ ਬੋਲ ਹੈ ਕਲਗੀਧਰ ਪਾਤਸ਼ਾਹ ਦੇ ਕਿ ਊਰਾ ਗਰੂ ਅਸਤ ਬਰ ਮੁਲਕ ਮਾਲ ਵਾ ਮਾਰਾ ਪਨਾ ਅਸਤ ਯਜ਼ਦਾਂ ਅਕਾਲ। ਜੇ ਤੈਨੂੰ ਹੰਕਾਰ ਹੈ ਆਪਣੀ ਬਾਦਸ਼ਾਹੀ, ਆਪਣੀ ਚੌਧਰ ਦੇ ਤੇ ਗੁਰੂ ਦੇ ਸਿੰਘਾਂ ਨੂੰ ਆਸਰਾ ਹੈ ਵਾਹਿਗੁਰੂ ਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਤਾਂ ਇਹ ਅੱਜ ਵੀ ਬੋਲ ਅੱਜ ਦੀ ਸਰਕਾਰ ਉੱਤੇ ਟੁਕਦੇ ਨੇ। ਤੇ 1984 ਦੇ ਵਿੱਚ ਜੋ ਤੀਜਾ ਘੱਲੂਘਾਰਾ ਵਾਪਰਿਆ ਸੀ ਉਹਦੇ ਉੱਪਰ ਵੀ ਇਹ ਬੋਲ ਠੀਕ ਬੈਠਦੇ ਨੇ ਕਿ ਊਰਾ ਗਰੂ ਰਸਤ ਬਰ ਮੁਲਕ ਮਾਲ। ਜੇ ਹਿੰਦੁਸਤਾਨ ਦੀ ਗੌਰਮੈਂਟ ਨੂੰ ਉਸ ਵੇਲੇ ਹੰਕਾਰ ਸੀ ਆਪਣੀ ਫੌਜ ਉੱਤੇ, ਆਪਣੀ ਆਰਮੀ, ਆਪਣੀ ਟੈਂਕਾਂ ਉੱਤੇ, ਵਾ ਮਾਰਾ ਪਨਾ ਅਸਤ ਯਜ਼ਦਾਂ ਅਕਾਲ। ਤਾਂ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਤੇ ਸਮੂਹ ਸਿੰਘਾਂ ਨੂੰ ਫਿਰ ਆਸਰਾ ਸੀ ਯਜ਼ਦਾਂ ਅਕਾਲ, ਅਕਾਲ ਪੁਰਖ ਵਾਹਿਗੁਰੂ ਖੁਦ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਤੇ, ਤਾਂ ਜਿੱਤੇ ਨੇ। ਤਾਂ ਰਹੋ ਵਿਚਾਰ ਕਲਗੀਧਰ ਪਾਤਸ਼ਾਹ ਮਹਾਰਾਜ ਹੰਕਾਰ ਤੋੜ ਰਹੇ ਨੇ ਔਰੰਗੇ ਦਾ। ਬੜਾ ਹੰਕਾਰੀ ਫਿਰਦਾ ਆ ਨਾ ਤੂੰ, ਬਾਦਸ਼ਾਹ ਹੈ ਹਿੰਦੁਸਤਾਨ ਦਾ, ਕੁਝ ਵੀ ਮੈਂ ਕਰ ਸਕਦਾ। ਮਹਾਰਾਜ ਕਹਿੰਦੇ ਹੰਕਾਰ ਤੇਰਾ ਚਕਨਾ ਚੂਰ ਹੋ ਜਾਂਦਾ ਹੈ। ਫਿਰ ਹੰਕਾਰ ਕੁਝ ਨਹੀਂ ਰਹਿੰਦਾ ਜਦੋਂ ਵਾਹਿਗੁਰੂ ਸਾਡੇ ਵੱਲ ਹੈ ਤੇ ਕੀ ਤੇਰੀ ਬਾਦਸ਼ਾਹੀ ਕਰ ਲੂਗੀ। ਤੈਨੂੰ ਤੇਰਾ ਹੰਕਾਰ ਵੀ ਮੇਰੇ ਕੋਲ ਮੁਲਕ ਹੈ, ਮੇਰੇ ਕੋਲ ਬਾਦਸ਼ਾਹਤ ਹੈ, ਤਾਂ ਮਹਾਰਾਜ ਕਹਿੰਦੇ ਤੇਰੇ ਕੋਲ ਬਾਦਸ਼ਾਹ ਦਾ ਹੰਕਾਰ ਹੈ ਤੇ ਸਾਨੂੰ ਪਨਾਹ ਮਾਨੇ ਆਸਰਾ ਹੈ, ਸ਼ਰਨ ਹੈ ਵਾਹਿਗੁਰੂ ਜੀ ਦੀ। ਤੋ ਗਾਫਲ ਮਾਸ਼ੋਂ ਜੀ ਸੇ ਪੰਜੀ ਸਰਾਏ। ਗੁਰੂ ਸਾਹਿਬ ਜੀ ਆਖਦੇ ਹਨ ਤੂੰ ਗਾਫਲ ਨਾ ਬਣ। ਮਹਾਰਾਜ ਫਿਰ ਗੁਰੂ ਸਾਹਿਬ ਤੇ ਆਏ ਸਮਝਾਉਣ ਨਾ, ਤਾਰਨ ਆਏ ਨੇ ਪਾਪੀਆਂ ਨੂੰ। ਤੇ ਮਹਾਰਾਜ ਦਾ ਸੁਭਾਅ ਹੈ ਵੀ ਉਪਦੇਸ਼ ਦੇਣਾ, ਸਮਝਾਉਣਾ। ਬਾਦਸ਼ਾਹ ਹੈ, ਹੰਕਾਰੀ ਹੈ, ਪਾਪੀ ਹੈ, ਪਰ ਮਹਾਰਾਜ ਆਪਣੇ ਸੁਭਾਅ ਤੋਂ ਮੁਨਕਰ ਨਹੀਂ ਹੁੰਦੇ। ਜੇ ਤੂੰ ਪਾਪੀ ਹੈ, ਬਾਦਸ਼ਾਹ ਹੈ, ਔਰੰਗਜ਼ੇਬ, ਤਾਂ ਵੀ ਤੈਨੂੰ ਉਪਦੇਸ਼ ਦੇਈ ਜਾ ਰਹੇ ਨੇ। ਤਾਂ ਮਹਾਰਾਜ ਕੀ ਆਖਦੇ ਤੂੰ ਗਾਫਲ ਨਾ ਹੋ, ਮੂਰਖ ਨਾ ਬਣ। ਕਿਉਂ? ਕਿਉਂਕਿ ਇਹ ਸੰਸਾਰ ਇੱਕ ਸਰਾਂ ਦੀ ਨਿਆਈ ਹੈ। ਇਹ ਸੰਸਾਰ ਜਿਹੜਾ ਹੈ ਸਰਾਂ ਦੇ ਵਾਂਗੂ ਹੈ। ਜਿਵੇਂ ਸਰਾਂ ਦੇ ਵਿੱਚ ਕੋਈ ਪੱਕਾ ਨਹੀਂ ਠਹਿਰਦਾ, ਸਰਾਂ ਮਾਨੇ ਹੋਟਲ, ਕੋਈ ਪੱਕਾ ਨਹੀਂ ਠਹਿਰਦਾ, ਆਉਂਦਾ ਹੈ ਇੱਕ ਰਾਤ ਰੁਕਦਾ ਹੈ, ਕਿਰਾਇਆ ਦੇ ਕੇ ਚਲਾ ਜਾਂਦਾ। ਇਸ ਤਰ੍ਹਾਂ ਇਹ ਸੰਸਾਰ ਹੈ। ਮਹਾਰਾਜ ਕਹਿੰਦੇ ਕਿਉਂ ਪਾਗਲ ਬਣਦਾ, ਇਸ ਦੇ ਮੂੰਹ ਦੇ ਵਿੱਚ ਕਿਉਂ ਫਸ ਕੇ ਜ਼ੁਲਮ ਕਰਦਾ, ਪਾਪ ਕਰਦਾ, ਮਾੜੇ ਕਰਮ ਕਮਾਉਂਦਾ।
ਤਾਂ ਤੇਰੇ ਤੋਂ ਪਹਿਲਾਂ ਤੇਰਾ ਪਿਓ ਸ਼ਾਹਜਹਾਨ ਸੀ, ਉਹ ਤੋਂ ਪਹਿਲਾਂ ਉਹਦਾ ਪਿਓ ਜਹਾਂਗੀਰ ਸੀ, ਉਹ ਤੋਂ ਪਹਿਲਾਂ ਬਾਦਸ਼ਾਹ ਅਕਬਰ ਸੀ ਉਹਦਾ ਪਿਓ। ਤਾਂ ਇਸ ਤਰ੍ਹਾਂ ਪੱਕਾ ਕੌਣ ਠਹਿਰਿਆ? ਤੇਰੇ ਤੋਂ ਬਾਅਦ ਤੇਰਾ ਪੁੱਤਰ ਆ ਜਾਏਗਾ। ਤਾਂ ਇਹ ਸੰਸਾਰ ਇੱਕ ਸਰਾਂ ਦੀ ਨਿਆਈ ਹੈ ਔਰੰਗਜ਼ੇਬ। ਪੱਕਾ ਕੋਈ ਨਹੀਂ ਠਹਿਰਦਾ। ਇਸ ਵਾਸਤੇ ਇਸ ਹਕੀਕਤ ਨੂੰ ਜਾਣ ਤੇ ਗਾਫਲ ਨਾ ਹੋ, ਮੂਰਖ ਨਾ ਬਣ ਕਿ ਆਲਮ ਬਗੁਜ਼ਰਤ ਸਾਰੇ ਜਬ ਜਾਏ। ਇਹ ਸੰਸਾਰ ਮਹਾਰਾਜ ਕਹਿੰਦੇ ਇਹ ਸੰਸਾਰ ਜਾਂ ਸਮਾਂ ਜਿਹੜਾ ਹੈ ਸਭ ਦੇ ਸਿਰ ਉੱਤੋਂ ਲੰਘਦਾ ਜਾ ਰਿਹਾ ਹੈ। ਇਹ ਸਮਾਂ ਆਪਣੀਆਂ ਚਾਲਾਂ ਚੱਲਦਾ ਜਾ ਰਿਹਾ ਹੈ। ਸਾਰਾ ਸਮੇਂ ਦਾ ਖੇਲ ਤਮਾਸ਼ਾ ਹੈ। ਇੱਥੇ ਕੋਈ ਪੱਕਾ ਨਹੀਂ ਠਹਿਰਿਆ, ਨਾ ਇੱਥੇ ਕੋਈ ਚੰਗਾ ਰਿਹਾ ਤੇ ਨਾ ਇੱਥੇ ਕੋਈ ਮਾੜਾ ਰਿਹਾ ਹੈ। ਦੋਨੋਂ ਪ੍ਰਕਾਰ ਦੇ ਇਨਸਾਨ ਚਲ ਗਏ ਆਪੋ ਆਪਣੇ ਕਰਮ ਕਮਾ ਕੇ। ਤਾਂ ਇਸ ਤਰ੍ਹਾਂ ਮੂਰਖਤਾਈ ਕਰਨੀ ਚੰਗੀ ਨਹੀਂ। ਬੰਬੀ ਗਰਦਸ਼ ਬੇਵਫਾਏ ਜ਼ਮਾਂ। ਗੁਰੂ ਸਾਹਿਬ ਆਖਦੇ ਹਨ, ਤੂੰ ਉਸ ਜ਼ਮਾਨੇ ਦੀ ਬੇਵਫਾਈ ਨੂੰ ਦੇਖ, ਇਸ ਜ਼ਮਾਨੇ ਦੀ ਬੇਵਫਾਈ ਨੂੰ ਵੇਖ। ਤਾਂ ਕਿਹੜੀ ਬੇਵਫਾਈ ਦੀ ਮਹਾਰਾਜ ਗੱਲ ਕਰਦੇ ਨੇ? ਇਸ ਬੇਵਫਾਈ ਦੇ ਚੱਕਰ ਨੂੰ ਵੇਖਣ ਦੀ ਗੱਲ ਕਰਦੇ ਹਨ ਕਿ ਬਰ ਹਰਬ ਗੁਜ਼ਰਤ ਮਕੀਨੋ ਮਕਾਨ। ਮਹਾਰਾਜ ਕਹਿੰਦੇ ਉਹ ਬੇਵਫਾਈ ਕਿ ਇਹ ਹਰ ਮਕਾਨ ਅਤੇ ਮਕਾਨ ਦੇ ਵਿੱਚ ਰਹਿਣ ਵਾਲੇ ਮਕਾਨ ਇਨਸਾਨ ਦੇ ਉੱਪਰੋਂ ਦੀ ਗੁਜ਼ਰ ਰਹੀ ਹੈ। ਇਹ ਬੇਵਫਾਈ, ਇਹ ਸਮਾਂ ਮਹਾਰਾਜ ਕਹਿੰਦੇ ਇਹ ਸਮਾਂ ਸਾਰਿਆਂ ਦੇ ਉੱਤੋਂ ਗੁਜ਼ਰ ਰਿਹਾ ਹੈ, ਗੁਜ਼ਰ ਕੇ ਲੰਘ ਜਾਵੇਗਾ। ਇਹ ਚੱਕਰ ਵੇ ਸਮਾਂ ਕਿਸੇ ਦਾ ਨਹੀਂ ਕਹਿੰਦੇ ਬਣਿਆ। ਜ਼ਰੂਰੀ ਨਹੀਂ ਅੱਜ ਬਾਦਸ਼ਾਹ ਹੈ ਕੱਲ ਵੀ ਬਾਦਸ਼ਾਹ ਰਹੇਗਾ। ਇਤਿਹਾਸ ਦੇ ਵਿੱਚ ਇੱਦਾਂ ਵੀ ਹੋਇਆ, ਜਿਹੜੇ ਸਵੇਰੇ ਤਖਤ ਤੇ ਬੈਠੇ ਸ਼ਾਮੀ ਕਾਲ ਕੋਠੜੀ ਦੇ ਵਿੱਚ ਸਮੇਂ ਨੇ ਪਾ ਦਿੱਤੇ ਨੇ। ਜਿਹੜੇ ਬਾਦਸ਼ਾਹ ਸੀ ਕਿਸੇ ਸਮੇਂ, ਤਾਂ ਕਾਲ ਦਾ ਐਸਾ ਚੱਕਰ ਚੱਲਿਆ, ਘਾਹ ਖੋਦਣ ਲਾ ਦਿੱਤੇ ਬਾਦਸ਼ਾਹ ਸ਼ਾਹਜਹਾਨ ਵਾਲੇ। ਤੇ ਜਿਹੜੇ ਕਦੀ ਭਿਖਾਰੀ ਸੀ, ਫੂਲ ਵਰਗੇ ਢਿੱਡ ਵਜਾਉਂਦੇ ਸਨ, ਤੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਬਾਦਸ਼ਾਹੀਆਂ ਬਖਸ਼ ਦਿੱਤੀਆਂ। ਇਹ ਸਮੇਂ ਦੇ ਚੱਕਰ। ਤਾਂ ਕਲਗੀਧਰ ਪਾਤਸ਼ਾਹ ਬੜੀ ਹੀ ਕਿਰਪਾ ਦੇ ਨਾਲ ਸਮਝਾਉਂਦੇ ਨੇ ਵੀ ਭਾਈ ਇਹ ਵੇਖ ਬੇਵਫਾਈ, ਸਮੇਂ ਦਾ ਚੱਕਰ ਵੇਖ ਜੋ ਸਾਰਿਆਂ ਦੇ ਉੱਤੋਂ ਲੰਘ ਰਿਹਾ ਹੈ। ਜੇ ਦਿਨ ਕਹਿੰਦੇ ਆ ਵੀ ਨਹੀਂ ਰਹੇ ਤੇ ਜੇ ਦਿਨ ਕੋਈ ਉਹ ਵੀ ਨਹੀਂ ਰਹੇ ਤੇ ਆ ਵੀ ਨਹੀਂ ਰਹਿਣੇ। ਭਾਵ ਮਾੜਾ ਚੰਗਾ ਸਮਾਂ ਨਹੀਂ ਰਿਹਾ ਤੇ ਮਾੜਾ ਵੀ ਨਹੀਂ ਰਹਿਣਾ, ਜੇ ਮਾੜਾ ਨਹੀਂ ਰਿਹਾ ਤੇ ਚੰਗਾ ਵੀ ਨਹੀਂ ਰਹਿਣਾ। ਬੰਦੇ ਨੂੰ ਸਮਝਣਾ ਚਾਹੀਦਾ। ਤਾਂ ਚੰਗੇ ਸਮੇਂ ਦੇ ਵਿੱਚ ਜਿਹੜਾ ਹੈ ਉਹ ਵਾਹਿਗੁਰੂ ਨੂੰ ਭੁਲਾਉਣਾ ਨਹੀਂ ਚਾਹੀਦਾ, ਹੰਕਾਰ ਨਹੀਂ ਕਰਨਾ ਚਾਹੀਦਾ, ਰੱਬ ਨੂੰ ਨਹੀਂ ਭੁਲਾਉਣਾ ਚਾਹੀਦਾ। ਤਾਂ ਮਾੜੇ ਸਮਾਂ ਫਿਰ ਆਵੇ ਨਾ। ਤਾਂ ਮਾੜੇ ਸਮੇਂ ਦੇ ਵਿੱਚ ਕੀ ਹੈ, ਸ਼ਰਧਾ ਰੱਖਣੀ ਚਾਹੀਦੀ ਹੈ ਵੀ ਵਾਹਿਗੁਰੂ ਕਿਰਪਾ ਕਰੂਗਾ, ਇਹ ਮਾੜੇ ਸਮੇਂ ਦੇ ਵਿੱਚੋਂ ਗੁਰਪਤ ਦੇ ਵਿੱਚੋਂ ਕੱਢ ਲਵੇਗਾ। ਇੱਕ ਮੁਗਲਾਂ ਦਾ ਬਾਦਸ਼ਾਹ, ਆਖਰੀ ਬਾਦਸ਼ਾਹ ਹੋਇਆ ਬਹਾਦਰ ਸ਼ਾਹ ਜ਼ਫਰ। ਉਹ ਸ਼ਾਇਰ ਬਹੁਤ ਵੱਡਾ ਹੋਇਆ, ਬੜਾ ਵਧੀਆ ਸ਼ਾਇਰ ਵੀ ਹੋਇਆ ਤੇ ਉਹਨੇ ਵਧੀਆ ਸ਼ਾਇਰੀਆਂ ਵੀ ਲਿਖੀਆਂ। ਤਾਂ ਉਹ ਸਮੇਂ ਬਾਰੇ ਇੱਦਾਂ ਲਿਖਦਾ ਹੈ ਵੀ आदमी उसको ना जानिए हो कितना भी आलम फाजल, जिसे ऐश में इजादे खुदा ना रहा, जिसे तैश में खौफ खुदा ना रहा। कहते बंदा ਉਹਨੂੰ ਨਾ ਸਮਝੋ, ਚੰਗਾ ਇਨਸਾਨ ਉਹਨੂੰ ਨਾ ਸਮਝੋ ਕੋਈ ਕਿੰਨਾ ਵੀ ਸਿਆਣਾ ਹੋਵੇ, ਇੰਟੈਲੀਜੈਂਟ ਹੋਵੇ। ਉਹ ਕਾਹਦਾ ਬੰਦਾ ਹੈ ਜਿਹਨੂੰ ਚੰਗੇ ਸਮੇਂ ਦੇ ਵਿੱਚ ਐਸ਼ ਦੇ ਵਿੱਚ ਪਰਮਾਤਮਾ ਦਾ ਨਾਮ ਹੀ ਚੇਤੇ ਨਾ ਆਇਆ, ਤੇ ਮਾੜਾ ਕਰਮ ਕਰਨ ਲੱਗਿਆ ਜਾਂ ਫਿਰ ਮਾੜੇ ਸਮੇਂ ਦੇ ਵਿੱਚ ਪਰਮਾਤਮਾ ਦੇ ਉੱਤੇ ਭਰੋਸਾ ਨਾ ਰੱਖਿਆ, ਜਾਂ ਮਾੜਾ ਕਰਮ ਕਰਨ ਲੱਗਿਆ ਖੌਫੇ ਖੁਦਾ ਨਾ ਰਹਾ, ਡਰ ਨਾ ਰਿਹਾ ਰੱਬ ਦਾ। ਤਾਂ ਕਲਗੀਧਰ ਪਾਤਸ਼ਾਹ ਮਹਾਰਾਜ ਆਖਦੇ ਹਨ ਕਿ ਔਰੰਗਜ਼ੇਬ ਬਾਦਸ਼ਾਹ ਇਸ ਬੇਵਫਾਈ ਦਾ ਚੱਕਰ ਵੇਖ ਜ਼ਮਾਨੇ ਦਾ, ਸਾਰਿਆਂ ਦੇ ਉੱਤੋਂ ਲੰਘ ਰਿਹਾ ਹੈ, ਕੋਈ ਇੱਕੋ ਜਿਹਾ ਨਹੀਂ ਰਹਿੰਦਾ। ਕਿਸੇ ਵੇਲੇ ਮੁਗਲਾਂ ਦਾ ਰਾਜ ਸੀ, ਵੇਖੋ ਅੱਜ ਦੇ ਸਮੇਂ ਕਿਵੇਂ ਗੱਲ ਢੁੱਕਦੀ ਹੈ। ਬਾਣੀ ਹਰ ਦਿਨ ਨਵੀਂ ਹੈ। ਇਹ ਨਹੀਂ ਵੀ ਮਹਾਰਾਜ ਨੇ ਉਸ ਸਮੇਂ ਜ਼ਫਰਨਾਮਾ ਸਾਹਿਬ ਲਿਖਿਆ ਵੀ ਉਸ ਸਮੇਂ ਦੇ ਹਿਸਾਬ ਦੇ ਨਾਲ ਹੀ ਅਰਥ ਹੋਣਗੇ। ਜੇ ਅੱਜ ਦੇ ਸਮਾਂ ਜੋ ਬੀਤ ਰਿਹਾ ਹੈ ਹਿੰਦੁਸਤਾਨ ਦੇ ਵਿੱਚ, ਜੋ ਸਮਾਂ ਚੱਲ ਰਿਹਾ ਉਹਦੇ ਹਿਸਾਬ ਦੇ ਨਾਲ ਅਰਥ ਕਰੀਏ ਤੇ ਵੇਖੋ ਮਹਾਰਾਜ ਨੇ ਕੀ ਲਿਖਿਆ ਵੀ ਜਿਹੜਾ ਸਮੇਂ ਦਾ ਚੱਕਰ ਵੇਖੋ ਸਾਰਿਆਂ ਦੇ ਉੱਤੋਂ ਗੁਜ਼ਰ ਰਿਹਾ ਹੈ, ਇਹ ਬੇਵਫਾਈ ਹੈ ਸਮੇਂ ਦੀ।
ਤਾਂ ਉਸ ਸਮੇਂ ਤੁਰਕਾਂ ਦਾ ਰਾਜ ਆਇਆ, ਮੁਗਲਾਂ ਦਾ ਰਾਜ ਆਇਆ, ਉਹਨਾਂ ਨੇ ਮੰਦਰ ਢਾਹ ਦਿੱਤੇ ਤੇ ਆਪਣੀਆਂ ਮਸਜਿਦਾਂ ਖੜੀਆਂ ਕਰ ਦਿੱਤੀਆਂ। ਅੱਜ ਸਨਾਤਨ ਮਤੀਆਂ ਦਾ ਰਾਜ ਆਇਆ, ਇਹਨਾਂ ਨੇ ਮਸਜਿਦਾਂ ਢਾਹ ਕੇ ਮੰਦਰ ਖੜੇ ਕਰ ਦਿੱਤੇ। ਵੇਖੋ ਸਮੇਂ ਦਾ ਹਾਲ। ਤਾਂ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ। ਕਹਿਣ ਤੋਂ ਭਾਵ ਇਹ ਹੈ, ਅੱਜ ਦੇ ਸਮੇਂ ਦੇ ਨਾਲ ਇਹ ਅਰਥ ਨਿਕਲਦੇ ਹਨ। ਤੋਗਰ ਜ਼ਬਰ ਆਜ਼ਸ ਖਰਾਸ਼ੀ ਮਕੁਨ। ਮਹਾਰਾਜ ਕਹਿੰਦੇ, ਜੇ ਤੂੰ ਬਲਵਾਨ ਹੈ ਤਾਂ ਗਰੀਬਾਂ ਨੂੰ ਦੁੱਖ ਨਾ ਦੇ। ਔਰੰਗਜ਼ੇਬ ਨੂੰ ਕਹਿੰਦੇ ਵੀ ਜੇ ਤੂੰ ਬਲਵਾਨ ਹੈ, ਤਾਕਤਵਰ ਹੈ ਨਾ ਭਾਈ, ਫਿਰ ਗਰੀਬਾਂ ਨੂੰ ਦੁੱਖ ਨਾ ਦੇ। ਇਹ ਸਮਝਾ ਰਹੇ ਨੇ ਮਹਾਰਾਜ। ਜ਼ਫਰਨਾਮਾ ਸਾਹਿਬ ਜੀ ਦਾ ਇਹ ਬਚਨ ਅੱਜ ਦੇ ਸਮੇਂ ਦੀ ਮੋਦੀ ਸਰਕਾਰ ਤੇ ਟੁਕਦਾ। ਤੋਗਰ ਜ਼ਬਰ ਆਜ਼ਸ ਖਰਾਸ਼ੀ ਮਕੁਨ, ਵੀ ਜੇ ਤੂੰ ਤਾਕਤਵਰ ਹੈ ਤੇ ਗਰੀਬਾਂ ਨੂੰ ਦੁੱਖ ਨਾ ਦੇ। ਅੱਜ ਦੇ ਸਮੇਂ ਦੀ ਸਰਕਾਰ ਤੇ ਕਿਉਂ? ਅੱਜ ਕਿਸਾਨਾਂ ਤੇ ਕਿੰਨਾ ਤਸ਼ੱਦਦ ਕਰਦੇ ਪਏ ਨੇ, ਸੜਕਾਂ ਤੇ ਰੋਲਦੇ ਪਏ ਨੇ। ਤੇ ਜਿਵੇਂ ਕਲਗੀਧਰ ਪਾਤਸ਼ਾਹ ਅੱਜ ਦੇ ਸਮੇਂ ਦੇ ਔਰੰਗਜ਼ੇਬ ਨੂੰ ਲਿਖਦੇ ਪਏ ਨੇ, ਹਿੰਦੁਸਤਾਨ ਦਾ ਅੱਜ ਦਾ ਬਾਦਸ਼ਾਹ ਜਿਹੜਾ ਮੋਦੀ, ਵੀ ਮਹਾਰਾਜ ਉਹਨੂੰ ਕਹਿੰਦੇ ਪਏ ਹੋਣਗੇ ਵੀ ਤੂੰ ਗਰ ਜ਼ਬਰ ਆਜ਼ਜ਼ ਖਰਾਸ਼ੀ ਮੁਕਨ, ਜੇ ਬਲਵਾਨ ਆ, ਜੇ ਤਾਕਤ ਦਿੱਤੀ ਹੈ ਰੱਬ ਨੂੰ, ਗਰੀਬਾਂ ਤੇ ਜ਼ੁਲਮ ਨਾ ਕਰ। ਤੇ ਇਹ ਬਚਨ ਜ਼ਫਰਨਾਮੇ ਸਾਹਿਬ ਜੀ ਦਾ ਅੱਜ ਦੀ ਸਰਕਾਰ ਤੇ ਬਿਲਕੁਲ ਢੁਕਦਾ ਪਿਆ। ਕਿੰਨਾ ਜ਼ੁਲਮ ਕਰਦਾ ਪਿਆ ਅੱਜ ਕਿਸਾਨਾਂ ਤੇ, ਹੋਰ ਘੱਟ ਗਿਣਤੀ ਦੀਆਂ ਕੌਮਾਂ ਦੇ ਉੱਤੇ। ਤਾਂ ਉਸ ਸਮੇਂ ਮਹਾਰਾਜ ਨੇ ਇਹ ਜਿਹੜਾ ਸੰਦੇਸ਼ ਹੈ, ਇਹ ਬਚਨ ਜਿਹੜਾ ਔਰੰਗਜ਼ੇਬ ਨੂੰ ਲਿਖਿਆ, ਭਾਈ ਜੇ ਤੂੰ ਇੰਨਾ ਹੀ ਬਲਵਾਨ ਆ ਤੇ ਗਰੀਬਾਂ ਨੂੰ ਫਿਰ ਦੁੱਖ ਕਿਉਂ ਦੇਣਾ, ਕਿਉਂ ਮਜ਼ਲੂਮਾਂ ਨੂੰ ਮਾਰਦਾ, ਕਿਉਂ ਪ੍ਰਜਾ ਨੂੰ ਸਤਾ ਰਿਹਾ ਹੈ। ਕੁਸਮਰਾਬਾ ਤੇ ਸ਼ੇਤ ਰਾਸ਼ੀ ਮਕੁਨ। ਮਹਾਰਾਜ ਕਹਿੰਦੇ ਆਪਣੇ ਕਸਮ ਦੇ ਤੇਸ਼ੇ ਨਾਲ, ਤੇਸ਼ਾ ਇੱਕ ਤਰ੍ਹਾਂ ਦਾ ਤਰਖਾਣ ਭਾਈ ਇਸਤੇਮਾਲ ਕਰਦੇ ਨੇ, ਲੱਕੜ ਦਾ ਕੰਮ ਜਦੋਂ ਕਰਦੇ, ਲੱਕੜ ਨੂੰ ਛਿੱਲਣ ਵਾਸਤੇ, ਉਹਨੂੰ ਕਹਿੰਦੇ ਤੇਸ਼ਾ। ਮਹਾਰਾਜ ਕਹਿੰਦੇ ਆਪਣੀ ਕਸਮ ਦੇ ਤੇਸ਼, ਝੂਠੀ ਕਸਮ ਜਿਹੜੀ ਚੁੱਕਦਾ ਨਾ, ਉਹ ਹਥਿਆਰ, ਉਹ ਤੇਸ਼ੇ ਦੇ ਨਾਲ ਤਰਾਸ਼ੀ ਮੁਕਨ ਛੇਲਣਾ ਲਾ। ਜਿਹੜਾ ਤੇਸ਼ਾ ਕਸਮ ਰੂਪੀ ਚੁੱਕੀ ਫਿਰਦਾ, ਝੂਠੀ ਕਸਮ ਖਾ ਕੇ ਫਿਰ ਸਹੁੰ ਤੋੜ ਦੇਣੀ, ਉਹਨਾਂ ਦਾ ਕੀ ਫਿਰ ਯਕੀਨ ਰੱਬ ਤੇ ਰਹਿ ਜਾਂਦਾ ਹੈ, ਜਦੋਂ ਝੂਠੀ ਸਹੁੰ ਖਾਈਏ ਤੇ ਬਾਅਦ ਵਿੱਚ ਸਹੁੰ ਤੋੜ ਦਵੇ। ਤੇ ਕਈ ਵਾਰ ਬੰਦੇ ਦੀ ਸ਼ਰਧਾ ਇੰਨੀ ਟੁੱਟਦੀ ਆ ਭਾਈ ਵੀ ਉਹ ਫਿਰ ਸਮਝ ਨਹੀਂ ਆਉਂਦੀ ਵੀ ਸਹੁੰ ਤੇ ਇਹਨੇ ਤੋੜੀ, ਰੱਬ ਦਾ ਕੀ ਕਸੂਰ ਆ, ਫਿਰ ਰੱਬ ਤੋਂ ਮੁਨਕਰ ਹੋ ਜਾਂਦਾ। ਜਦੋਂ ਰੱਬ ਦੇ ਨਾਂ ਤੇ ਆਪਾਂ ਕੋਈ ਬਚਨ ਕਰਦੇ ਆ ਨਾ ਵੀ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਗੱਲ ਕਹਿਣਾ, ਬਾਅਦ ਚਲਾਕੀ ਖੇਡ ਜਾਂਦੇ ਤੇ ਉਹ ਅਗਲੇ ਬੰਦੇ ਦਾ ਸ਼ਰਧਾ ਟੁੱਟਦੀ। ਉਹ ਤੇ ਕਲਗੀਧਰ ਪਾਤਸ਼ਾਹ ਜਿਹੜੇ ਸਭ ਕੁਝ ਜਾਣੀ ਜਾਣ ਸੀ, ਜਿਨ੍ਹਾਂ ਨੇ ਸਾਰੇ ਕੌਤਰ ਰਚਾਏ। ਇਹ ਵੈਸੇ ਸਮਝਣ ਦੀ ਗੱਲ ਹੈ, ਸਮਝਾਉਣ ਦੀ ਗੱਲ ਹੈ ਵੀ ਭਾਈ ਝੂਠੀ ਕਸਮ ਨਹੀਂ ਖਾਣੀ ਚਾਹੀਦੀ। ਵੈਸੇ ਤਾਂ ਗੁਰਸਿੱਖ ਨੂੰ ਕਸਮ ਖਾਣ ਦੀ ਮਨਾਹੀ ਹੈ। ਤਾਂ ਰਹੋ ਵਿਚਾਰ, ਮਹਾਰਾਜ ਕਹਿੰਦੇ ਆਪਣੀ ਕਸਮ ਦੇ ਤੇਸ਼ੇ ਨਾਲ ਜਿਹੜੇ ਗਰੀਬ ਮਜ਼ਲੂਮ ਹਨ ਉਹਨਾਂ ਨੂੰ ਨਾ ਛਿਲ, ਉਹਨਾਂ ਦੀ ਛਿੱਲ ਜਿਹੜੀ ਹੈ ਉਹ ਨਾ ਲਾ। ਜੋ ਹੱਕ ਜ਼ਾਰ ਬਾਸ਼ਦ ਚ ਦੁਸ਼ਮਨ ਕੋ ਨਦ। ਮਹਾਰਾਜ ਕਹਿੰਦੇ ਜੇ ਰੱਬ ਜਿਹਾ ਦੋਸਤ ਹੋਵੇ ਤਾਂ ਦੁਸ਼ਮਣ ਕੀ ਕਰ ਸਕਦਾ ਹੈ। ਜੇਕਰ ਰੱਬ ਸਾਡਾ ਦੋਸਤ ਆ, ਰੱਬ ਯਾਰ ਹੋ ਜਾਵੇ, ਕਹਿੰਦੇ ਫਿਰ ਦੁਸ਼ਮਣ ਕੀ ਕਰੂਗਾ, ਦੁਸ਼ਮਣ ਦੀ ਫਿਰ ਔਕਾਤ ਕੀ ਹੈ। ਤਾਈਓ ਗੁਰਸਿੱਖਾਂ ਨੇ ਸਿੰਘਾਂ ਦਾ ਇਤਿਹਾਸ ਪੜ੍ਹ ਕੇ ਵੇਖੋ, ਵੱਡੇ ਵੱਡੇ ਮੋਰਚੇ ਫਤਿਹ ਕੀਤੇ ਆ। ਅੱਗੇ ਮਸ਼ੀਨ ਗੰਨਾਂ ਬੀੜੀਆਂ ਨੇ, ਅੱਗੇ ਟੈਂਕ ਨੇ, ਅੱਗੇ ਤੋਪ ਦੇ ਗੋਲੇ ਨੇ, ਤੇ ਇੱਥੇ ਸਿੰਘਾਂ ਤੋਂ ਹੱਥਾਂ ਦੇ ਵਿੱਚ ਬਸ ਨੇਜੇ ਬਰਸੀਆਂ ਨੇ ਤੇ ਮੁੱਖ ਤੇ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਹੈ ਤੇ ਜਿੱਤ ਗਏ, ਫਤਿਹ ਪ੍ਰਾਪਤ ਕੀਤੀ ਆ। ਵਿਲੱਖਣ ਇਤਿਹਾਸ ਹੈ ਆਪਣਾ, ਪੰਥ ਪ੍ਰਕਾਸ਼ ਦੇ ਵਿੱਚ ਸਾਂਭਿਆ ਪਿਆ ਹੈ, ਜਿਹਨੂੰ ਪੜ੍ਹ ਕੇ ਅਚਰਜ ਹੁੰਦਾ ਵੀ ਇਹ ਜੰਗ ਜਿੱਤ ਕਿੱਦਾਂ ਗਏ। ਮਹਾਰਾਜ ਨੇ ਲਿਖਿਆ ਉਹਦਾ ਰਾਜ਼, ਜੋ ਹੱਕ ਯਾਰ ਬਾਸ਼ਦ ਚ ਦੁਸ਼ਮਨ ਕੁਨੰਦ। ਕਹਿੰਦੇ ਜਦੋਂ ਰੱਬ ਦੋਸਤ ਹੋ ਜਾਵੇ ਜੇ ਦੁਸ਼ਮਣ ਕੁਨੰਦ, ਫਿਰ ਦੁਸ਼ਮਣ ਕੀ ਕਰ ਸਕਦਾ ਹੈ, ਕੁਝ ਵੀ ਨਹੀਂ ਕਰ ਸਕਦਾ। ਕਹਿੰਦੇ ਅਗਰ ਦੁਸ਼ਮਣੀ ਰੱਬ ਸਦ ਤਨ ਕੋ ਨਦ। ਮਹਾਰਾਜ ਕਹਿੰਦੇ ਚਾਹੇ ਦੁਸ਼ਮਣ 100 ਗੁਣਾ
ਦੁਸ਼ਮਣੀ ਕਿਉਂ ਨਾ ਕਮਾਉਂਦਾ ਹੋਵੇ, ਕਿੰਨਾ ਵੀ ਵੈਰ ਰੱਖਦਾ ਹੋਵੇ, ਕਿੰਨੀ ਵੀ ਚਾਲਾਂ ਚੱਲਦਾ ਹੋਵੇ, ਫਿਰ ਦੁਸ਼ਮਣ ਕੁਝ ਨਹੀਂ ਕਰ ਸਕਦਾ। ਉਹ ਹਥਿਆਰ ਦੇ ਨਾਲ ਲੈਸ ਵੀ ਹੋਵੇ ਤਾਂ ਵੀ ਅੱਗੇ ਨਿਹੱਥਾ ਹੀ ਹੈ। ਕਿਉਂ? ਜਿਹੜਾ ਰੱਬ ਹੈ ਉਹ ਸੱਚਿਆਂ ਦੇ ਨਾਲ ਹੁੰਦਾ ਹੈ। ਰੱਬ ਫਿਰ ਦੋਸਤ ਹੋ ਗਿਆ ਨਾ, ਫਿਰ ਰੱਬ ਵਰਗਾ ਦੋਸਤ ਹੋ ਜਾਵੇ ਫਿਰ ਘਾਟੇ ਕਾਹਦੇ ਫਿਰ। ਪਰ ਕਹਿੰਦੇ ਦੁਸ਼ਮਣ ਜਿੰਨਾ ਮਰਜ਼ੀ ਵੈਰ ਕਮਾਵੇ, ਜਿੰਨਾ ਔਰੰਗਜ਼ੇਬ ਬਾਦਸ਼ਾਹ ਤੂੰ ਕਮਾਇਆ, ਇੰਨਾ ਵੈਰ ਕਮਾਵੇ ਭਾਵੇਂ, ਕੁਝ ਨਹੀਂ ਕਰ ਸਕਦਾ। ਇਹ ਕਲਗੀਧਰ ਪਾਤਸ਼ਾਹ ਦੇ ਬਚਨ ਆ, ਵੇਖੋ ਇਹ ਯਕੀਨ ਕਰਨਾ ਚਾਹੀਦਾ ਸਾਨੂੰ। ਅੱਜ ਕਿਸਾਨ ਮੋਰਚਾ ਲੱਗਾ ਆ ਤੇ ਸ਼ਰਧਾ ਆ ਸਿੱਖਾਂ ਦੇ ਵਿੱਚ ਕਿ ਅੱਗੇ ਭਾਵੇਂ ਮਿਲਟਰੀ ਖੜੀ ਆ ਪਰ ਕੁਝ ਨਹੀਂ ਕਰ ਸਕਦੇ। ਕਹਿੰਦੇ ਇਹ ਮੈਂ ਨਹੀਂ ਕਹਿ ਰਿਹਾ, ਇਹ ਕਲਗੀਧਰ ਪਾਤਸ਼ਾਹ ਖੁਦ ਕਹਿ ਰਹੇ ਹਨ ਕਿ ਦੁਸ਼ਮਣ ਕੁਝ ਨਹੀਂ ਕਰ ਸਕਦਾ ਜੇ ਰੱਬ ਦੋਸਤ ਹੋ ਜਾਵੇ। ਜੋ ਹੱਕ ਯਾਰ ਬਾਸ਼ਦ ਚ ਦੁਸ਼ਮਣ ਕੋ ਨਦ, ਸੱਚਾ ਰੱਬ ਦੋਸਤ ਹੋ ਜਾਵੇ ਤੇ ਦੁਸ਼ਮਣ ਕੁਝ ਵੀ ਨਹੀਂ ਕਰ ਸਕਦਾ। ਇਹ ਅੱਜ ਵੀ ਸ਼ਰਧਾ ਰੱਖਣੀ ਚਾਹੀਦੀ ਹੈ। ਪਰਮਾਤਮਾ ਉਹਦੇ ਵੱਲ ਹੁੰਦਾ ਹੈ, ਸੱਚੇ ਦਾ ਸੱਚਾ ਢੋਆ ਜਿਹੜਾ ਸੱਚਾ ਹੁੰਦਾ ਉਹਦੇ ਵੱਲ ਪਰਮਾਤਮਾ ਹੁੰਦਾ। ਕਿਸਾਨ ਵੀਰ ਮਜ਼ਦੂਰ ਵੀਰ ਸੱਚੇ ਆ ਨਾ, ਹੱਕ ਦੀ ਲੜਾਈ ਲੜਦੇ ਹਨ ਤਾਂ ਬੇਸ਼ੱਕ ਕੋਈ ਸ਼ੰਕਾ ਨਹੀਂ ਹੈ ਵੀ ਕਲਗੀਧਰ ਪਾਤਸ਼ਾਹ ਸਾਡੇ ਨਾਲ ਹੀ ਹੈ। ਸਦਾ ਅੰਗ ਸੰਗੇ ਅਭੰਗੰ ਬੇਭੂਤੇ, ਪਰਮਾਤਮਾ ਸਾਡੇ ਨਾਲ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ 14 ਜੰਗਾਂ ਸੱਚ ਦੀ ਖਾਤਰ ਲੜੀਆਂ, ਹੱਕ ਦੀ ਖਾਤਰ ਲੜੀਆਂ, ਉਹ ਸਾਡੇ ਨਾਲ ਹੈ। ਤਾਂ ਇਹ ਮੋਰਚਾ ਵੀ ਫਤਿਹ ਹੋਊਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਪਾਰ ਕਿਰਪਾ ਸਦਕਾ। ਤਾਂ ਮਹਾਰਾਜ ਇਸ ਬਾਣੀ ਦੇ ਨਾਲ ਜਿਹੜਾ ਹੈ ਦੁਸ਼ਮਣ ਦਾ ਵੱਧ ਕਰਦੇ ਨੇ, ਔਰੰਗਜ਼ੇਬ ਨੂੰ ਡੇਗਦੇ ਨੇ, ਮਾਰਦੇ ਨੇ। ਬਾਣੀ ਦੇ ਨਾਲ ਪਹਿਲਾਂ ਵੀ ਮਾਰੇ ਨੇ, ਪਹਿਲਾਂ ਵੀ ਸੁਧਾਰੇ ਨੇ। ਸੱਜਣ ਠੱਗ ਵਰਗੇ ਸੁਧਾਰ ਦਿੱਤੇ, ਕੌਡੇ ਰਾਖਸ਼ ਵਰਗੇ ਜਿਨ੍ਹਾਂ ਦੀ ਦੈਂਤਾਂ ਵਰਗੀ ਬਿਰਤੀ ਸੀ, ਬਾਣੀ ਦੀ ਅਜ਼ਮਤ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਸੁਧਾਰ ਦਿੱਤੇ। ਅਤੇ ਬੜੀਆਂ ਐਸੀਆਂ ਉਦਾਹਰਨਾਂ ਮਿਲਦੀਆਂ ਹਨ ਵੀ ਬਾਣੀ ਦੇ ਨਾਲ ਜਿਹੜੇ ਹਨ ਮਨ ਦਾ ਚੋਰ ਮਰਿਆ ਹੈ, ਮਨ ਦਾ ਔਰੰਗਜ਼ੇਬ ਮਰਿਆ ਹੈ। ਤੇ ਔਰੰਗਜ਼ੇਬ ਨੂੰ ਐਸੇ ਬੇਬਾਕ ਕਲਗੀਧਰ ਪਾਤਸ਼ਾਹ ਖਾਲਸੇ ਦੇ ਪਿਤਾ ਨੇ ਲਿਖੇ ਹਨ। ਤਾਂ ਮਹਾਰਾਜ ਬੜੀ ਅਪਾਰ ਕਿਰਪਾ ਕਰਦੇ ਹਨ। ਜ਼ਫਰਨਾਮਾ ਸਾਹਿਬ ਜੀ ਦੇ ਪਹਿਲੀ ਹਕਾਇਤ ਦੇ ਅਖੀਰਲੇ ਸ਼ੇਰ ਵਿੱਚ ਮਹਾਰਾਜ ਲਿਖਦੇ ਹਨ, ਖਸਮ ਦੁਸ਼ਮਨੀ ਗਰ ਹਜ਼ਾਰ ਅਬੁਰਦ, ਜੇ ਵੈਰੀ ਹਜ਼ਾਰਾਂ ਦੁਸ਼ਮਣ ਚੜਾ ਕੇ ਲਿਆਵੇ, ਜਿਵੇਂ ਔਰੰਗਜ਼ੇਬ ਨੇ ਕੀਤੇ ਸਨ ਜਾਂ ਉਸ ਤੋਂ ਪਹਿਲਾਂ ਪਹਾੜੀ ਰਾਜਿਆਂ ਨਾਲ ਵੀ ਯੁੱਧ ਹੋਏ ਮਹਾਰਾਜ ਦੇ, ਰਾਜੇ ਭੀਮ ਚੰਦ ਦੇ ਨਾਲ, ਹਰੀ ਚੰਦ ਦੇ ਨਾਲ, ਹਰੀ ਚੰਦ ਮਾਰੇ ਸੋ ਯੋਧਾ ਲਤਾਰੇ। ਤਾਂ ਮਹਾਰਾਜ ਕਹਿੰਦੇ ਫਿਰ ਕੀ ਹੋ ਜਾਊਗਾ ਜੇ ਵੈਰੀ ਹਜ਼ਾਰ ਗੁਣਾ ਦੁਸ਼ਮਣ ਚੜਾ ਕੇ ਲਿਆਵੇ, ਘੇਰਾ ਪਾ ਲਵੇ। ਇੱਕ ਪਾਸੇ ਮੁੱਠੀ ਭਰ ਹੋਣ ਪਰ ਰੱਬ ਉਹਨਾਂ ਦੇ ਨਾਲ ਯਾਦ ਰੱਖਿਓ, ਤੇ ਦੂਜੇ ਪਾਸੇ ਮਹਾਰਾਜ ਜੀ ਕਹਿੰਦੇ ਖਸਮ ਦੁਸ਼ਮਣੀ ਗਰ ਹਜ਼ਾਰ ਅਬੁਰਦ, ਜੋ ਵੈਰੀ ਹਜ਼ਾਰਾਂ ਦੁਸ਼ਮਣਾਂ ਦੀ ਫੌਜ ਚੜਾ ਕੇ ਲਿਆਵੇ, ਨਾ ਯਕ ਮੂਏ ਊਰਾ ਹਜ਼ਾਰ ਅਬੁਰਦ। ਤੇ ਮਹਾਰਾਜ ਕਹਿੰਦੇ ਫਿਰ ਭਾਈ ਕੰਨ ਖੋਲ ਕੇ ਸੁਣ, ਤਾਂ ਵੀ ਉਹ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ, ਇੱਥੋਂ ਤੱਕ ਕਿ ਇੱਕ ਵਾਲ ਵੀ ਵਿੰਗਾ ਕਰਨ ਜਿੰਨਾ ਨੁਕਸਾਨ ਨਹੀਂ ਦੇ ਸਕਦਾ, ਦੁੱਖ ਨਹੀਂ ਦੇ ਸਕਦਾ। ਜਿਹਦੇ ਵੱਲ ਕਲਗੀਧਰ ਬਾਪੂ ਹੋ ਗਿਆ, ਜਿਹਦੇ ਵੱਲ ਖੁਦ ਅਕਾਲ ਪੁਰਖ ਵਾਹਿਗੁਰੂ ਹੋ ਗਿਆ, ਕਹਿੰਦੇ ਗਿਣਤੀ ਮਿਣਤੀ ਛੱਡ, ਜਿੰਨੀ ਮਰਜ਼ੀ ਫੌਜ ਲੈ ਕੇ ਆ ਜਾਵਾ, ਨਾ ਯਕ ਮੋਏ ਊਰਾ ਆਜ਼ਾਰ ਅਬੁਰਦ, ਇੱਕ ਜਿਹੜਾ ਹੈ ਵਾਲ ਵੀ ਵਿੰਗਾ ਨਹੀਂ ਕਰ ਸਕਦਾ, ਇੰਨਾ ਜਿੰਨਾ ਨੁਕਸਾਨ ਵੀ ਨਹੀਂ ਕਰ ਸਕਦਾ। ਇਹ ਮਹਾਰਾਜ ਆਖਰੀ ਸ਼ੇਰ ਦੇ ਵਿੱਚ ਪਹਿਲੀ ਹਕਾਇਤ ਦੇ ਵਿੱਚ ਲਿਖਦੇ ਹਨ। ਗੁਰੂ ਸਾਹਿਬ ਜੀ ਨੇ ਅਪਾਰ ਕਿਰਪਾ ਕੀਤੀ। 111 ਤੱਕ ਪਹਿਲੀ ਹਕਾਇਤ ਹੈ, ਕੁੱਲ 12 ਹਕਾਇਤਾਂ ਹਨ। ਬਾਕੀ ਦੀਆਂ 11 ਹਕਾਇਤਾਂ ਦੇ ਵਿੱਚ ਦੁਨਿਆਵੀ ਰਾਜਿਆਂ ਦੀਆਂ ਕਹਾਣੀਆਂ ਹਨ। ਦਿੱਲੀ ਸ਼ਹਿਰ ਕਿਵੇਂ ਵਸਿਆ, ਰਾਜਾ ਦਲੀਪ, ਉਹ ਮਹਾਰਾਜ ਨੇ ਲਿਖਣਾ ਕੀਤਾ। ਤਾਂ ਇਹ ਜਿਹੜਾ ਹੈ ਪਹਿਲੀ ਹਕਾਇਤ ਦੀ ਵਿਚਾਰ ਵਿਆਖਿਆ ਆਪ ਸਭ ਸੰਗਤਾਂ ਦੇ ਨਾਲ ਵਿਚਾਰ ਚਰਚਾ ਕੀਤੀ ਹੈ। ਗੁਰੂ ਸਾਹਿਬ ਅਪਾਰ ਕਿਰਪਾ ਕਰਨ,
ਇਸ ਬਾਣੀ ਦਾ ਮੁਹਾਤਮ ਇਹ ਹੈ, ਜਿਹੜਾ ਵੀ ਜ਼ਫ਼ਰਨਾਮੇ ਸਾਹਿਬ ਜੀ ਦੀ ਪਹਿਲੀ ਹਕਾਇਤ ਦਾ ਪਾਠ ਕਰਦਾ ਹੈ, ਜਾਂ ਕਿਸੇ ਦੀ ਬਹੁਤੀ ਸ਼ਰਧਾ 40 ਅੰਗਾਂ ਦਾ, ਦਸਵੇਂ ਗ੍ਰੰਥ ਸਾਹਿਬ ਜੀ ਦੇ ਵਿੱਚ 40 ਅੰਗਾਂ ਦੇ ਵਿੱਚ 12 ਹਕਾਇਤਾਂ ਹਨ ਜ਼ਫ਼ਰਨਾਮੇ ਸਾਹਿਬ ਦੀ। 111 ਸ਼ੇਅਰਾਂ ਤੱਕ ਪਹਿਲੀ ਹਕਾਇਤ ਹੈ, ਜਿਹਦੇ ਵਿੱਚ ਔਰੰਗਜ਼ੇਬ ਦਾ ਜ਼ਿਕਰ, ਸਾਰਾ ਚਮਕੌਰਗੜ੍ਹੀ ਦਾ ਹਾਲ ਜੋ ਆਪ ਜੀ ਨੇ ਸਰਵਣ ਕਰ ਚੁੱਕੇ ਹੋ। ਤਾਂ ਮਹਾਤਮ ਬਾਣੀ ਦਾ ਇਸ ਪ੍ਰਕਾਰ ਹੈ ਕਿ ਜਿਹੜਾ ਵੀ ਪਾਠ ਕਰਦਾ ਹੈ ਜ਼ਫ਼ਰਨਾਮੇ ਸਾਹਿਬ ਦਾ ਨਿਤਨੇਮ ਦੇ ਨਾਲ, ਨਿਤਨੇਮ ਦੀਆਂ ਬਾਣੀਆਂ ਦੇ ਨਾਲ, ਹਰ ਪਾਸੇ ਉਹਦੀ ਜਿੱਤ ਹੁੰਦੀ ਹੈ। ਸਿੱਖ ਪੰਥ ਦੇ ਵਿੱਚ ਬੜੇ ਹੀ ਮਹਾਨ ਗੁਰਸਿੱਖ ਸੰਤ ਮਹਾਂਪੁਰਸ਼ ਜਥੇਦਾਰ ਹੋਏ ਨਾ, ਜਿਨ੍ਹਾਂ ਦਾ ਨਿਤਨੇਮ ਹੈ ਜ਼ਫ਼ਰਨਾਮੇ ਸਾਹਿਬ ਜੀ ਦੀ ਬਾਣੀ। ਉਦਾਹਰਨ ਦੇ ਤੌਰ ਤੇ ਸੱਚਖੰਡ ਵਾਸੀ ਬਾਬਾ ਗੱਜਣ ਸਿੰਘ ਜੀ, ਜਥੇਦਾਰ ਤਰਨਾ ਦਲ ਮਿਸਲ ਸ਼ਹੀਦਾਂ, ਉਹ 40 ਅੰਗ ਨਿਤ ਜ਼ਫ਼ਰਨਾਮਾ ਸਾਹਿਬ ਜੀ ਦਾ ਪਾਠ ਕਰਿਆ ਕਰਦੇ ਸਨ। ਇਹ ਮਹਾਂਪੁਰਖਾਂ ਦਾ ਨਿਤਨੇਮ ਸੀ। ਤਾਂ ਬਹੁਤਾਂਤ ਐਸੇ ਮਹਾਂਪੁਰਖ ਹੋਰ ਵੀ ਹੋਏ ਹਨ ਜੋ ਜ਼ਫ਼ਰਨਾਮੇ ਸਾਹਿਬ ਜੀ ਦਾ ਪਾਠ ਕਰਦੇ ਸਨ। ਪੁਰਾਤਨ ਸਮੇਂ ਦੇ ਵਿੱਚ ਜੋ ਸੂਰਵੀਰ ਯੋਧੇ ਖਾਲਸਾ ਪੰਥ ਦੇ ਜੰਗ ਨੂੰ ਚੜ੍ਹਦੇ ਸਨ, ਉਹ ਜ਼ਫ਼ਰਨਾਮੇ ਸਾਹਿਬ ਜੀ ਦਾ ਪਾਠ ਕਰਿਆ ਕਰਦੇ ਸਨ। ਇਸ ਚਿੱਠੀ ਦਾ, ਇਸ ਬਾਣੀ ਦਾ ਵਾਹਿਗੁਰੂ ਨਾਮ ਹੀ ਇਹੀ ਹੈ, ਜ਼ਫ਼ਰਨਾਮਾ, ਜਿੱਤ ਦੀ ਚਿੱਠੀ। ਤਾਂ ਸ਼ਰਧਾ ਰੱਖ ਕਰਕੇ ਜਿਹੜਾ ਵੀ ਇਸ ਦਾ ਪਾਠ ਕਰਦਾ ਹੈ, ਹਰ ਪਾਸੇ ਉਹਦੀ ਜਿੱਤ ਹੁੰਦੀ ਹੈ। ਸਰਬ ਲੋ ਬੁੰਗਾ ਨੰਗਲੀ ਵਿਖੇ ਹੱਥ ਲਿਖਤ ਖਰੜਾ ਪਿਆ ਹੈ, ਪੁਰਾਤਨ ਸਟੀਕ ਪਈ ਹੈ ਸ੍ਰੀ ਜ਼ਫ਼ਰਨਾਮਾ ਸਾਹਿਬ ਜੀ। ਉਹਦੇ ਵਿੱਚ ਲਿਖਿਆ ਹੈ, ਉਹਦੇ ਅੰਤ ਦੇ ਵਿੱਚ ਅੰਗਾਂ ਦੇ ਲਿਖਿਆ ਹੈ ਵੀ ਭਾਈ ਜਿਹੜਾ ਜ਼ਫ਼ਰਨਾਮਾ ਸਾਹਿਬ ਜੀ ਦੇ ਪਹਿਲੀ ਹਕਾਇਤ ਦਾ ਪਾਠ ਕਰਦਾ ਹੈ, ਉਹਦੀ 5 ਵਿਕਾਰਾਂ ਤੇ ਜਿੱਤ ਹੁੰਦੀ ਹੈ ਅਤੇ ਉਹਦੀ ਹਰ ਖਿੱਤੇ ਦੇ ਵਿੱਚ ਜਿੱਤ ਹੁੰਦੀ ਹੈ। ਤਾਂ ਇਸ ਹਕਾਇਤ ਦਾ ਪਾਠ ਬਹੁਤ ਪਹਿਲਾਂ ਤੋਂ ਸਿੰਘ ਕਰਦੇ ਹਨ। ਇਹ ਪ੍ਰਚਲਿਤ ਹੈ, ਪਹਿਲੀ ਹਕਾਇਤ ਜਿਆਦੀ ਨਿਤਨੇਮ ਦੇ ਵਿੱਚ ਸਿੰਘ ਕਰਦੇ ਹਨ, ਤੇ ਹਰ ਗੁਰਸਿੱਖ ਨੂੰ ਕਰਨਾ ਚਾਹੀਦਾ ਹੈ ਸ਼ੁੱਧ ਸੰਥਿਆ ਪ੍ਰਾਪਤ ਕਰਕੇ। ਤਾਂ ਹਰਭਜਨ ਸਿੰਘ ਫੌਜੀ ਹੋਏ ਹਨ ਇੱਕ, ਆਪ ਸਭ ਨੇ ਨਾਮ ਸੁਣਿਆ ਹੋਵੇਗਾ, ਜਿਹੜੇ 1962 ਦੇ ਵਿੱਚ ਚੀਨ ਦੇ ਨਾਲ ਜਦੋਂ ਭਾਰਤ ਦਾ ਯੁੱਧ ਲੱਗਾ ਸੀ, ਉਹ ਸ਼ਹਾਦਤ ਪ੍ਰਾਪਤ ਕਰਕੇ, ਪਰ ਬਾਅਦ ਵਿੱਚ ਵੀ ਉਹ ਕਹਿੰਦੇ ਡਿਊਟੀ ਕਰਦੇ ਰਹੇ ਨੇ। ਅੱਜ ਤੱਕ ਵੀ ਉੱਥੇ ਉਹ ਡਿਊਟੀ ਕਰਦੇ ਹਨ। ਉਸੇ ਤਰ੍ਹਾਂ ਉਹਨਾਂ ਦੇ ਹਾਜ਼ਰੀ ਲੱਗਦੀ ਹਨ, ਵਰਦੀ ਜਿਹੜੀ ਹਨ ਉਹ ਤਿਆਰ ਹੁੰਦੀ ਹੈ, ਪ੍ਰੈਸ ਹੁੰਦੀ ਆ, ਆਸਣ ਵਿਛਦਾ ਹੈ, ਛੁੱਟੀ ਵੀ ਆਉਂਦੇ ਹਨ। ਆਪ ਜੀ ਨੇ ਜ਼ਰੂਰ ਸਰਵਣ ਕੀਤਾ ਹੋਊਗਾ ਇਹ ਗੱਲ। ਤਾਂ ਉਹ ਜਿਹੜੇ ਸਨ ਜ਼ਫ਼ਰਨਾਮੇ ਸਾਹਿਬ ਦੀ ਪਹਿਲੀ ਹਕਾਇਤ ਦਾ ਪਾਠ ਕਰਿਆ ਕਰਦੇ ਸਨ। ਤਾਂ ਉਹ ਜਦੋਂ ਪਹਿਲੀ ਹਕਾਇਤ ਦਾ ਪਾਠ ਕਰਦੇ ਸਨ, ਉਹ ਹਰ ਪਾਸੇ ਜਿੱਤਦੇ ਸਨ। ਉਹ ਜਿਹੜੇ ਦੁਸ਼ਮਣਾਂ ਦੇ ਬੰਕਰਾਂ ਦੇ ਵਿੱਚ, ਮੋਰਚਿਆਂ ਦੇ ਵਿੱਚ ਬੰਬ ਸੁੱਟ ਕੇ ਆ ਜਾਂਦੇ ਸਨ ਤੇ ਬਿਨਾਂ ਕਿਸੇ ਗੋਲੀ ਲੱਗੇ ਨੁਕਸਾਨ ਹੋਏ ਆ ਜਾਂਦੇ, ਤਾਂ ਅਫਸਰਾਂ ਨੇ ਪੁੱਛਿਆ ਵੀ ਐਸੀ ਕਿਹੜੀ ਤਾਕਤ ਹੈ ਜੋ ਤੈਨੂੰ ਬਚਾ ਲੈਂਦੀ ਹੈ। ਤਾਂ ਉਹਨਾਂ ਨੇ ਕਿਹਾ ਵੀ ਮੈਂ ਨਿਤਨੇਮ ਦੇ ਵਿੱਚ ਜ਼ਫ਼ਰਨਾਮੇ ਸਾਹਿਬ ਦੀ ਪਹਿਲੀ ਹਕਾਇਤ ਦਾ ਪਾਠ ਕਰਦਾ। ਤਾਂ ਵੇਖੋ ਜ਼ਫ਼ਰਨਾਮੇ ਸਾਹਿਬ ਜੀ ਦੀ ਤਾਕਤ, ਉਹ ਸ਼ਹਾਦਤ ਪ੍ਰਾਪਤ ਕਰ ਗਏ ਪਰ ਫਿਰ ਵੀ ਪਹਿਰਾ ਦੇ ਰਹੇ ਨੇ, ਅੱਜ ਵੀ ਪਹਿਰਾ ਦੇ ਰਹੇ ਹਨ। ਇਹ ਬਰਕਤਾਂ ਹਨ ਇਸ ਬਾਣੀ ਦੀਆਂ। ਤਾਂ ਔਰੰਗਜ਼ੇਬ ਬਾਦਸ਼ਾਹ ਨੇ ਜਦੋਂ ਇਹ ਖੱਤ ਪੜ੍ਹਿਆ ਤੇ ਗਸ਼ ਖਾ ਕੇ ਡਿੱਗ ਪਿਆ। ਤਾਂ ਇਹ ਗਸ਼ ਖਾ ਕੇ ਡਿੱਗ ਪਿਆ ਸੀ, ਪਰ ਇਹਦੀ ਜਾਨ ਨਹੀਂ ਸੀ ਨਿਕਲਦੀ। ਤਾਂ ਸਿਆਣੇ ਕਾਜ਼ੀਆਂ ਹਾਜ਼ੀਆਂ ਨੇ ਕਿਹਾ ਵੀ ਜਿੰਨਾ ਚਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਬੁਲਾਉਂਦਾ, ਜਾਨ ਸੌਖੀ ਨਹੀਂ ਨਿਕਲਣੀ। ਤਾਂ ਇਹ ਜ਼ਫ਼ਰਨਾਮਾ ਸਾਹਿਬ ਤੇ ਪੜ੍ਹਦਾ ਸੀ, ਪਰ ਜਿਹੜਾ ਮੰਗਲ ਸੀ, ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਤੇ ਉਹ ਨਹੀਂ ਸੀ ਪੜ੍ਹਦਾ। ਤੇ ਇਸਨੇ ਫਿਰ, ਇਸ ਦੀ ਬੇਟੀ ਨੇ ਕਾਗਜ਼ ਤੇ ਕਲਮ ਲਿਆਂਦੇ ਵੀ ਤੁਸੀਂ ਲਿਖ ਦੇਵੋ ਜੇ ਨਹੀਂ ਬੋਲਿਆ ਜਾਂਦਾ। ਤਾਂ ਫਿਰ ਜਦੋਂ ਲਿਖਿਆ, ਜੋ ਇਨਸਾਨ ਲਿਖਦਾ ਹੈ ਉਹ ਮਨ ਦੇ ਵਿੱਚ ਤਾਂ ਬੋਲਦਾ ਹੀ। ਤਾਂ ਇਸਨੇ ਫਿਰ ਫਤਿਹ ਵਜਾਈ ਹੈ, ਤਾਂ ਇਹਦੀ ਜਾਨ ਨਿਕਲੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਤੇ ਹੋਏ ਹਨ ਤੇ ਉਹਨਾਂ ਨੇ ਜ਼ਫ਼ਰਨਾਮਾ ਸਾਹਿਬ ਲਿਖਿਆ। ਔਰੰਗਜ਼ੇਬ ਮਰਨ ਤੋਂ ਬਾਅਦ ਉਹਦੇ ਸਰਾਣੇ ਦੇ ਥੱਲੋਂ ਜਿਹੜਾ ਖੱਤ ਮਿਲਿਆ ਹੈ, ਉਹ ਹੈ ਸ਼ਿਕਸਤਨਾਮਾ। ਸ਼ਿਕਸਤ ਭਾਵ ਹਾਰ, ਨਾਮਾ ਭਾਵ ਚਿੱਠੀ, ਹਾਰ ਦੀ ਚਿੱਠੀ। ਬਾਦਸ਼ਾਹ ਔਰੰਗਜ਼ੇਬ ਜਿਹੜਾ ਹੈ, ਉਹ ਕਹਿੰਦਾ ਮੈਂ ਹਾਰ ਕੇ ਚੱਲਿਆ ਹਾਂ। ਸਾਰੀ ਦੁਨੀਆ ਦਾ, ਸਾਰੇ ਹਿੰਦੁਸਤਾਨ ਦਾ ਰਾਜ ਕਮਾਉਣ ਵਾਲਾ ਕਹਿੰਦਾ ਮੈਂ ਹਾਰ ਕੇ ਚੱਲਿਆ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਰਬੰਸ ਵਾਰ ਕੇ ਕਹਿੰਦੇ ਅਸੀਂ ਜਿੱਤ ਗਏ। ਮਹਾਰਾਜ
ਕਿੰਨੇ ਅਚਰਜ ਰੂਪੀ ਬਚਨ ਹਨ। ਪੰਥ ਵਸੇ ਮੈਂ ਉਜੜਾ ਮਨ ਚਾਓ ਘਨੇਰਾ। ਮਹਾਰਾਜ ਕਹਿੰਦੇ ਸਾਡੇ ਤਾਂ ਚਾਅ ਹੀ ਇਹੋ ਹੀ ਆ ਵੀ ਪੰਥ ਵਸਦਾ ਰਵੇ, ਅਸੀਂ ਭਾਵੇਂ ਉੱਜੜ ਜਾਈਏ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤਾਂ ਸਰਬੰਸ ਵਾਰ ਕੇ ਵੀ ਕਲਗੀਧਰ ਪਾਤਸ਼ਾਹ ਕਹਿੰਦੇ ਹਨ, ਜ਼ਫਰਨਾਮਾ ਸਾਹਿਬ ਜਿੱਤੇ ਹੋਏ ਹਾਂ, ਲੈ ਫੜ ਜਿੱਤ ਦੀ ਚਿੱਠੀ, ਔਰੰਗਜ਼ੇਬ ਤੈਨੂੰ ਲਿਖਦਾ। ਤਾਂ ਬਹੁਤਾਂਤ ਲੰਮਾ ਸਮਾਂ ਰਾਜ ਕਰਕੇ ਵੀ, ਕਈ ਸੂਬੇ ਹਾਸਿਲ ਕਰਕੇ, ਕਈ ਜੰਗਾਂ ਜਿੱਤ ਕੇ ਵੀ ਔਰੰਗਜ਼ੇਬ ਬਾਦਸ਼ਾਹ ਕਹਿੰਦਾ ਸ਼ਿਕਸਤਨਾਮਾ, ਮੈਂ ਹਾਰ ਕੇ ਚੱਲਿਆ ਇਸ ਰੂਹੇ ਜ਼ਮੀਨ ਤੋਂ। ਤਾਂ ਜ਼ਫਰਨਾਮਾ ਸਾਹਿਬ ਇੱਕ ਵੱਡਾ ਕਾਰਨ ਬਣਿਆ, ਜਾਂ ਕੇਵਲ ਕਾਰਨ ਹੀ ਔਰੰਗਜ਼ੇਬ ਦੀ ਮੌਤ ਦਾ ਜ਼ਫਰਨਾਮਾ ਸਾਹਿਬ ਹੈ। ਚਿੱਠੀ ਪੜ੍ਹੀ, ਪਛਤਾਵਾ ਹੋਇਆ, ਰੂਹ ਅੰਦਰੋਂ ਰੋਈ ਤੇ ਇਸ ਦੁਨੀਆ ਤੋਂ ਚਲੇ ਗਿਆ ਤੇ ਨਰਕ ਭੋਗਦਾ ਹੈ। ਤਾਂ ਭਾਈ ਦਇਆ ਸਿੰਘ ਜੀ ਨੇ ਜਦੋਂ ਇਹ ਜਿਹੜਾ ਜ਼ਫਰਨਾਮਾ ਸਾਹਿਬ ਖਤ ਜਦੋਂ ਦਿੱਤਾ ਸੀ ਔਰੰਗਾਬਾਦ, ਦੋ ਗੁਰੂ ਕੇ ਸਿੱਖ ਗਏ ਸਨ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਜੀ। ਤਾਂ ਜ਼ਫਰਨਾਮਾ ਸਾਹਿਬ ਜਦੋਂ ਖਤ ਦਿੱਤਾ ਹੈ, ਉਦੋਂ ਇਸ ਚਿੱਠੀ ਦਾ ਉਤਾਰਾ ਭਾਈ ਦਇਆ ਸਿੰਘ ਜੀ ਨੇ ਕਰ ਲਿਆ ਸੀ, ਖਰੜਾ ਤਿਆਰ ਕਰ ਲਿਆ ਸੀ। ਉਹ ਖਰੜਾ ਫਿਰ ਸਿੱਖ ਅੱਗੇ ਸੀਨਾ ਬਸੀਨਾ ਕੰਠ ਵੀ ਕਰਦੇ ਰਹੇ ਤੇ ਪੜ੍ਹਦੇ ਵੀ ਰਹੇ। ਉਸ ਤੋਂ ਅਗਾਂਹ ਹੋਰ ਵੀ ਹੱਥ ਲੱਗ ਖਰੜੇ ਤਿਆਰ ਹੋਏ। ਤਾਂ ਦਸਮ ਗ੍ਰੰਥ ਸਾਹਿਬ ਦੇ ਵਿੱਚ ਸੁਸ਼ੋਭਿਤ ਹੈ ਸ਼੍ਰੀ ਜ਼ਫਰਨਾਮਾ ਸਾਹਿਬ, ਦਸਮ ਗ੍ਰੰਥ ਦੀ ਅਖੀਰਲੀ ਬਾਣੀ ਹੈ। ਇੱਕ ਖਤ ਗੁਰੂ ਸਾਹਿਬ ਜੀ ਨੇ ਹੋਰ ਵੀ ਲਿਖਿਆ ਸੀ। ਜ਼ਫਰਨਾਮੇ ਸਾਹਿਬ ਤੋਂ ਪਹਿਲਾਂ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਮੰਨਿਆ ਜਾਂਦਾ ਲਿਖਿਆ, ਉਹ ਹੈ ਫਤਿਹਨਾਮਾ। ਤਾਂ ਉਸ ਦੀ ਵਿਚਾਰ ਚਰਚਾ, ਉਸ ਦੇ ਕੇਵਲ 15 ਸ਼ੇਅਰ ਹੀ ਹਨ। ਤਾਂ ਉਸ ਦੀ ਵਿਚਾਰ ਚਰਚਾ ਕਰਨ ਦੇ ਵੀ ਦਾਸ ਸਮੁੱਚੀ ਸੰਗਤ ਦੇ ਸਹਿਯੋਗ ਦੇ ਨਾਲ ਯਤਨ ਕਰਾਂਗਾ। ਤਾਂ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੈ ਭਾਈ, 111 ਸ਼ੇਅਰਾਂ ਤੱਕ ਦੀ ਵਿਚਾਰ ਵਿਆਖਿਆ ਮਹਾਰਾਜ ਨੇ ਕਰਾਈ ਹੈ। ਮਹਾਰਾਜ ਦੀ ਕਿਰਪਾ ਦੇ ਨਾਲ ਹੀ ਗੁਣ ਗਾਏ ਜਾਂਦੇ ਹਨ, ਵਿਚਾਰ ਹੁੰਦੀ ਹੈ, ਕਥਾ ਹੁੰਦੀ ਹੈ, ਨਹੀਂ ਤਾਂ ਮਨੁੱਖ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਜ਼ੋਰ ਨਹੀਂ। ਤਾਂ ਗੁਰੂ ਸਾਹਿਬ ਹੀ ਮੂਕ ਉਚਰੇ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਗੁਰੂ ਸਾਹਿਬ ਕਿਰਪਾ ਕਰਤਨ ਤਾਂ ਮੂਰਖ ਵੀ ਸ਼ਾਸਤਰ ਉਚਾਰਨ ਲੱਗ ਪੈਂਦੇ ਹਨ, ਗੂੰਗਾ ਬੋਲਣ ਲੱਗ ਪੈਂਦਾ, ਪਿੰਗਲਾ ਵੀ ਪਰਬਤ ਤੇ ਚੜ ਜਾਂਦਾ। ਔਰੰਗਜ਼ੇਬ ਨੇ ਜਦੋਂ ਇਹ ਜ਼ਫਰਨਾਮਾ ਸਾਹਿਬ ਦਾ ਖਤ ਪੜ੍ਹਿਆ ਤਾਂ ਉਸਦੇ ਬੋਲ ਇਹ ਵੀ ਨਿਕਲੇ, ਗੁਰੂ ਵਲੀ ਹੈ। ਜਦੋਂ ਔਰੰਗਜ਼ੇਬ ਬਾਦਸ਼ਾਹ ਜ਼ਫਰਨਾਮਾ ਸਾਹਿਬ ਪੜ੍ਹਿਆ ਨਾ, ਅਖੀਰ ਦੇ ਵਿੱਚ ਫਿਰ ਬੋਲਦਾ ਹੈ, ਗੁਰੂ ਗੋਬਿੰਦ ਸਿੰਘ ਵਲੀ ਹੈ, ਗੁਰੂ ਪੂਰਾ ਹੈ, ਗੁਰੂ ਸੱਚਾ ਹੈ, ਸਾਰੇ ਨਾਕੇ ਖੋਲ ਦਵੋ। ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਥੇ ਜਾਣਾ ਚਾਹੁਣ ਜਾ ਸਕਦੇ ਨੇ, ਉਹ ਜਿੱਤੇ ਹੋਏ ਨੇ, ਅਸੀਂ ਹਾਰ ਗਏ ਹਾਂ, ਇਹ ਔਰੰਗਜ਼ੇਬ ਨੇ ਕਿਹਾ। ਤਾਂ ਫਿਰ ਇਹ ਵੀ ਜ਼ਿਕਰ ਆਉਂਦਾ ਇਤਿਹਾਸ ਦੇ ਵਿੱਚ ਵੀ ਔਰੰਗਜ਼ੇਬ ਨੂੰ ਪਛਤਾਵਾ ਆਇਆ, ਉਹ ਮਿਲਣਾ ਚਾਹੁੰਦਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਕਿ ਮੈਂ ਮਹਾਰਾਜ ਦੇ ਪੈਰੀ ਪੈ ਜਾਵਾਂ, ਖਰੇ ਮੈਂ ਬਖਸ਼ਿਆ ਜਾਵਾਂ। ਤਾਂ ਪਛਤਾਵਾ ਕਰਕੇ ਹੁਣ ਹਿੰਦੁਸਤਾਨ ਦਾ ਬਾਦਸ਼ਾਹ ਮਿਲਣਾ ਚਾਹੁੰਦਾ। ਫਿਰ ਵੇਖੋ ਸਮਾਂ ਹੀ ਹੁੰਦਾ, ਸਮੇਂ ਦੇ ਵਿੱਚ ਮਿਲਿਆ ਜਾਵੇ ਤਾਂ ਠੀਕ ਆ, ਅੱਜ ਸਮਾਂ ਨਹੀਂ ਆ, ਨਸੀਬ ਨਾ ਹੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ, ਨਸੀਬ ਨਾ ਹੋਏ, ਮਿਲਣ ਦੀ ਆਸ ਰੱਖ ਕੇ ਫਿਰ ਉਹ ਮਰ ਗਿਆ ਜ਼ਫਰਨਾਮਾ ਸਾਹਿਬ ਪੜ੍ਹ ਕੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੀਰ ਨਹੀਂ ਚਲਾਇਆ, ਤਲਵਾਰ ਨਹੀਂ ਚਲਾਈ, ਬੰਦੂਕ ਨਹੀਂ ਚਲਾਇਆ, ਚਲਾਈ ਤਾਂ ਕਲਮ ਚਲਾਈ। ਕਲਮ ਦਾ ਬਾ ਕਮਾਲ, ਕਲਮ ਦਾ ਜੋ ਤਾਕਤ ਹੈ, ਕਲਮ ਦੀ ਤਾਕਤ ਹੈ, ਬਾ ਕਮਾਲ ਹੈ ਭਾਈ। ਬਰੂਦ ਵਰਗੀ ਕਲਮ ਕਹਿ ਲਓ, ਕਲਗੀਧਰ ਪਾਤਸ਼ਾਹ ਦੀ ਅਜ਼ਮਤ। ਜ਼ਫਰਨਾਮਾ ਸਾਹਿਬ ਦਾ ਪਾਠ ਕਰਕੇ ਅੱਜ ਵੀ ਸਿੱਖ ਹਰ ਪਾਸੇ ਜਿੱਤ ਪ੍ਰਾਪਤ ਕਰਦੇ ਹਨ। ਜਿਹੜਾ ਚਾਹੁੰਦਾ ਹੈ ਵੀ ਮੇਰੀ ਹਰ ਪਾਸੇ ਜਿੱਤ ਹੋਵੇ, ਮੈਂ ਜਿੱਤਿਆ ਰਵਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੱਥ ਸਿਰ ਤੇ ਰਵੇ, ਤਾਂ ਜ਼ਫਰਨਾਮੇ ਸਾਹਿਬ ਦੀ ਪਹਿਲੀ ਹਕਾਇਤ ਦਾ ਪਾਠ ਕਰਨਾ ਲਾਜ਼ਮੀ ਹੈ। ਬੜੀ ਮਹਾਨਤਾ ਇਸ ਬਾਣੀ ਦੀ। ਤਾਂ ਗੁਰੂ ਸਾਹਿਬ ਜੀ ਦੀ ਇਸ ਅਪਾਰ ਬਾਣੀ ਦੀ ਵਿਚਾਰ ਚਰਚਾ ਕਰਦੇ ਹਾਂ, ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਹਨ। ਗੁਰੂ ਸਾਹਿਬ ਬਖਸ਼ ਲੈਣ, ਆਪ ਸਭ ਸੰਗਤਾਂ ਬਖਸ਼ਣਯੋਗ ਹੋ, ਸਭ ਨੇ ਬਖਸ਼ ਲੈਣਾ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਸਾਰੇ ਭੁੱਲਾਂ ਦੇ ਅੰਦਰ ਹਨ, ਕੇਵਲ ਗੁਰੂ ਅਤੇ ਅਕਾਲ ਪੁਰਖ ਵਾਹਿਗੁਰੂ ਹੀ ਅਭੁੱਲ ਹਨ, ਜੋ ਕੋਈ ਕਦੇ ਗਲਤੀ ਨਹੀਂ ਕਰਦੇ। ਸੋ ਇਸ ਵਾਸਤੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਸਾਹਿਬ ਕਿਰਪਾ ਕਰਨਾ। ਖਸਮ ਦੁਸ਼ਮਨੀ गर हजार आवृद, नायक मुए पूरा हजार अवृद।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।